statement for task 2 is some people believe that the most important aspect of their job is their salary. ਕੁਝ ਲੋਕ ਮੰਨਦੇ ਨੇ ਕਿ ਉਹਨਾਂ ਦੀ ਜੌਬ ਦਾ ਜਿਹੜਾ ਸਭ ਤੋਂ ਜ਼ਰੂਰੀ ਇੰਪੋਰਟੈਂਟ ਪਾਰਟ ਹੈ ਉਹ ਆ ਸੈਲਰੀ. Others think that the job itself is the most important. ਕੁਝ ਹੋਰ ਲੋਕ ਮੰਨਦੇ ਨੇ ਵੀ ਜੌਬ ਆਪਣੇ ਆਪ ਦੇ ਵਿੱਚ ਹੀ ਬਹੁਤ ਇੰਪੋਰਟੈਂਟ ਹੈ. What is your opinion on salary and what do you think is the most important aspect of a job? ਤੁਹਾਡਾ opinion ਕੀ ਹੈ ਸੈਲਰੀ ਦੇ ਉੱਪਰ ਤੇ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਇੰਪੋਰਟੈਂਟ ਪਾਰਟ ਕਿਹੜਾ ਹੈ ਜੌਬ ਦਾ? ਠੀਕ ਹੈ, ਦੋ ਕੁਐਸਚਨਸ ਹੈ ਗਿਵਨ ਸਿੱਧੇ ਸਿੱਧੇ. ਬਸ ਫਸਟ ਕੁਐਸਚਨ ਜਿਹੜਾ ਗਿਵਨ ਆ ਉਹ ਡਾਇਰੈਕਟਲੀ ਇਹਨਾਂ ਨੇ opinion ਪੁੱਛ ਲਿਆ ਸੈਲਰੀ ਦੇ ਉੱਪਰ, ਯਾਨੀ ਕਿ ਸਿਰਫ ਇੱਕ ਪਾਰਟ ਦੇ ਉੱਪਰ ਡਿਵਾਈਡਡ ਆ. ਹੁਣ ਜੇ ਆਪਾਂ ਸਟੇਟਮੈਂਟ ਦੇਖੀਏ ਕੁਐਸਚਨ ਦੀ, ਉਹ ਦੋ ਸਟੇਟਮੈਂਟਸ ਗਿਵਨ ਆ. ਇੱਕ ਗਿਵਨ ਆ ਵੀ ਸੈਲਰੀ ਇੰਪੋਰਟੈਂਟ ਆ, ਕੁਝ ਲੋਕ ਕਹਿੰਦੇ ਆ ਵੀ ਜੌਬ ਜਿਹੜੀ ਆ ਆਪਣੇ ਆਪ 'ਚ ਹੀ ਬਹੁਤ ਇੰਪੋਰਟੈਂਟ ਹੈ. ਠੀਕ ਹੈ, ਇਹ ਗਿਵਨ ਹੈ. ਹੁਣ ਪਹਿਲਾ ਕੁਐਸਚਨ ਸਿਰਫ ਪਹਿਲੀ ਸਟੇਟਮੈਂਟ ਦੇ ਨਾਲ ਰਿਲੇਟਡ ਆ ਤੇ ਸੈਕੰਡ ਕੁਐਸਚਨ ਜਿਹੜਾ ਸੈਕੰਡ ਸਟੇਟਮੈਂਟ ਦੇ ਨਾਲ ਰਿਲੇਟਡ ਆ, ਯਾਨੀ ਕਿ ਦੋ ਇੰਡੀਪੈਂਡੈਂਟ ਕੁਐਸਚਨ ਦੋ ਇੰਡੀਪੈਂਡੈਂਟ ਸਟੇਟਮੈਂਟਸ ਦੇ ਨਾਲ ਰਿਲੇਟਡ ਆ. ਇੱਥੇ ਮੈਨੂੰ ਪੁੱਛਿਆ ਗਿਆ ਸਿਰਫ ਓਪੀਨੀਅਨ ਮੇਰਾ ਸੈਲਰੀ ਦੇ ਉੱਪਰ, ਇੱਥੇ ਮੈਨੂੰ ਪੁੱਛਿਆ ਗਿਆ ਵਾ ਵੀ ਸਭ ਤੋਂ ਜ਼ਰੂਰੀ ਕੀ ਹੈ ਜੌਬ ਦੇ ਵਿੱਚ. ਠੀਕ ਹੈ, ਦੋ ਅਲੱਗ-ਅਲੱਗ ਕੁਐਸਚਨਸ ਆ, ਦੋ ਅਲੱਗ-ਅਲੱਗ ਸਟੇਟਮੈਂਟਸ ਆ ਤੇ ਦੋ ਅਲੱਗ-ਅਲੱਗ ਇਹਦੇ ਆਨਸਰਸ ਲਿਖਣੇ ਜਾਣਗੇ. ਇੰਟਰੋ ਸਾਰਿਆਂ ਦੀ ਸੇਮ ਰਹੂਗੀ. ਹੁਣ ਇੱਕ ਦੇ ਵਿੱਚ ਆਪਾਂ ਲਿਖਣਾ ਇੰਪੋਰਟੈਂਸ ਆਫ ਸੈਲਰੀ. ਹੁਣ ਇੱਥੇ ਤੁਸੀਂ ਕੁਝ ਵੀ ਲਿਖ ਸਕਦੇ ਹੋ, ਪੋਜ਼ਿਟਿਵ ਵੀ ਲਿਖ ਸਕਦੇ ਹੋ ਇਹਦਾ ਤੇ ਨੈਗੇਟਿਵ ਵੀ ਲਿਖ ਸਕਦੇ ਹੋ ਇਹਦੇ ਲਈ. ਠੀਕ ਹੈ, ਚਾਹੇ ਤੁਸੀਂ ਇਹਦਾ ਪੋਜ਼ਿਟਿਵ ਲਿਖੋ ਚਾਹੇ ਨੈਗੇਟਿਵ ਲਿਖੋ. ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੋਜ਼ਿਟਿਵ ਹੀ ਲਿਖੀਏ ਕਿਉਂਕਿ ਨੈਗੇਟਿਵ ਦੇ ਵਿੱਚ ਜਿਹੜੇ ਆ ਸੈਕੰਡ ਦੇ ਨਾਲ ਕੰਟਰਾਡਿਕਟ ਨਾ ਹੋ ਜਾਏ. ਐਂਡ ਦੈਨ ਲਿਖਿਆ ਵਾ ਮੋਸਟ ਇੰਪੋਰਟੈਂਟ ਕੀ ਹੈ. ਠੀਕ ਹੈ, ਮੋਸਟ ਇੰਪੋਰਟੈਂਟ ਐਸਪੈਕਟ. ਹੁਣ ਇੱਥੇ ਆਪਾਂ ਲਿਖਾਂਗੇ ਅਦਰ ਦੈਨ ਸੈਲਰੀ, ਕਿਉਂਕਿ ਸੈਲਰੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਵੀ ਮੇਰਾ ਓਪੀਨੀਅਨ ਉੱਤੇ ਕੀ ਹੈ. ਸੈਲਰੀ ਤੋਂ ਇਲਾਵਾ ਹੋਰ ਕੀ ਚੀਜ਼ ਜਿਹੜੀ ਜੌਬ ਵਿੱਚ ਇੰਪੋਰਟੈਂਟ ਹੈ, ਜਿਵੇਂ ਕਿ ਜੌਬ ਦੀ ਲੋਕੇਸ਼ਨ ਕੀ ਆ, ਜੌਬ ਦੀ ਟਾਈਮਿੰਗ ਕੀ ਆ, ਜੌਬ ਦੇ ਉੱਤੇ ਬਰਡਨ ਕਿੰਨਾ ਕੁ ਹੁੰਦਾ ਵਾ, ਟਾਈਪ ਆਫ ਜੌਬ ਕੀ ਆ, ਡੈਸਕ ਜੌਬ ਆ ਕਿ ਹਾਰਡ ਵਰਕਿੰਗ ਜੌਬ ਆ, ਇਸ ਤਰੀਕੇ ਦੀਆਂ ਚੀਜ਼ਾਂ. ਠੀਕ ਹੈ, ਹੁਣ ਪਹਿਲਾਂ ਆਪਾਂ ਪਾਰਟ ਡਿਸਕਸ ਕਰਦੇ ਹਾਂ ਫਿਰ ਇੰਪੋਰਟੈਂਸ ਆਫ ਸੈਲਰੀ. ਇਹਦੇ ਪੁਆਇੰਟ ਲਿਖਾਓ ਵੀ ਕੀ ਇੰਪੋਰਟੈਂਸ ਹੈ ਸੈਲਰੀ ਦੀ, ਕੀ ਚੀਜ਼ ਆ, ਕਿੰਨੀ ਕੁ ਮਹੱਤਵਪੂਰਨ ਹੁੰਦੀ ਹੈ ਸੈਲਰੀ ਜਦੋਂ ਕੋਈ ਆਪਾਂ ਜੌਬ ਚੂਜ਼ ਕਰਦੇ ਹਾਂ. ਆਪਣੀ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ, ਨੀਡਸ ਆਪਣੀਆਂ. ਮੈਮ ਥੋੜੀ ਆਵਾਜ਼ ਡਿਸਟੋਰਟਿੰਗ ਜੀ ਆ ਰਹੀ ਤੁਹਾਡੀ. ਮੈਂ ਕਿਹਾ ਸਰ ਮਤਲਬ ਜੌਬ ਮਤਲਬ ਸੈਲਰੀ ਤੋਂ ਹੀ ਆਪਣੀ ਜਿਹੜੀ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਆ, ਕਿਉਂਕਿ ਇੱਕ ਇੰਪੋਰਟੈਂਟ ਪਾਰਟ ਆ. ਫੁਲਫਿਲ ਨੀਡਸ, ਆਪਾਂ ਜਿਹੜੀਆਂ ਨੀਡਸ ਜਿਵੇਂ ਕਿ purchase medical expenses, education for the children. ठीक है, other household expenditure ਜਿਹਦੇ ਵਿੱਚ ਕੀ ਆ ਜਾਂਦਾ ਫੂਡ, ਕਲੋਥਿੰਗ. ਠੀਕ ਹੈ, ਇਦਾਂ ਦੀਆਂ ਚੀਜ਼ਾਂ ਇਹਦੇ ਵਾਸਤੇ ਜਿਹੜੀ ਸੈਲਰੀ ਆ ਜ਼ਰੂਰੀ ਆ. ਹੁਣ ਕਿੰਨੀ ਕੁ ਜ਼ਰੂਰੀ ਹੈ ਸੈਲਰੀ? happy and satisfied life, secure future, satisfied life ਵਾਸਤੇ to secure future. ਇਹਨਾਂ ਦੇ ਵਿੱਚੋਂ ਕੁਝ ਵੀ ਲਿਖ ਸਕਦੇ ਆਪਾਂ. ਈਵਨ ਕਿ ਲੋਕ ਜਿਹੜੇ ਆ even some people choose highly paid jobs despite of risk
टू लाइफ, दिस डेंजर टू लाइफ या फिर डिस्पाइट ऑफ स्ट्रेस। कुछ लोग ਜਿਹੜਾ ਹਾਈ ਪੇਇੰਗ ਯਾਨੀ ਕਿ ਜ਼ਿਆਦਾ ਸੈਲਰੀ ਵਾਲੀ ਜੌਬ ਹੀ ਚੂਜ਼ ਕਰਦੇ ਆ ਬਾਵਜੂਦ ਇਸਕੇ ਕਿ ਉਹਨਾਂ ਦੀ ਲਾਈਫ ਨੂੰ ਰਿਸਕ ਵੀ ਹੋ ਸਕਦਾ ਜਾਂ ਫਿਰ ਜੌਬ ਦੇ ਉੱਪਰ ਜਿਹੜੀ ਹੈ ਬਹੁਤ ਜ਼ਿਆਦਾ ਸਟ੍ਰੈਸ ਵੀ ਹੋ ਸਕਦੀ ਹੈ। ਸੋ ਇਟ ਇਜ਼ ਐਨ ਇੰਪੋਰਟੈਂਟ ਐਸਪੈਕਟ ਫॉर एवरीवन। ਠੀਕ ਹੈ, ਹੁਣ ਆਪਾਂ ਸੈਕਿੰਡ ਹੈ ਵੀ ਹੋਰ ਕੀ ਪਾਰਟਸ ਹੋ ਸਕਦੇ ਇੰਪੋਰਟੈਂਟ ਇਹਦੇ। ਸਭ ਤੋਂ ਪਹਿਲਾਂ ਆਪਾਂ ਲਿਖ ਸਕਦੇ ਹਾਂ ਲੋਕੇਸ਼ਨ ਫॉर ਜੌਬ, ਯਾਨੀ ਕਿ ਜੌਬ ਮਿਲ ਗਈ ਆ ਸਪੋਜ਼ ਮੇਰੀ ਔਨ ਸਿਟੀ ਆਪਣੀ ਸਿਟੀ ਦੇ ਵਿੱਚ ਹੈ ਮੇਰੀ, ਦੈਨ ਉੱਥੇ ਪ੍ਰੈਫਰ ਕਰਦਾ। ਹੁਣ ਸਪੋਜ਼ ਮੈਨੂੰ ਆਪਣੀ ਸਿਟੀ 'ਚ ਨਹੀਂ ਰਹਿਣਾ, ਮੈਨੂੰ ਕੋਈ ਮੈਟਰੋ ਸਿਟੀ ਦੇ ਵਿੱਚ ਜੌਬ ਚਾਹੀਦੀ ਹੈ, ਠੀਕ ਹੈ, ਉੱਥੇ ਜਿਹੜੀ ਆ ਮੈਂ ਪ੍ਰੈਫਰ ਕਰੂੰਗਾ ਫਿਰ ਮੈਂ ਸੈਟੀਸਫਾਈਡ ਹੋਊਂਗਾ। ਸੋ ਇਹ ਇੰਡੀਵਿਜੂਅਲ ਤੇ ਡਿਪੈਂਡ ਕਰੂਗਾ ਉਹਨੂੰ ਕਿਹੋ ਜਿਹੀ ਲੋਕੇਸ਼ਨ ਚਾਹੀਦੀ ਹੈ। ਉਸ ਤੋਂ ਬਾਅਦ ਆ ਜਾਂਦਾ टाइम सर। ਹਾਂਜੀ ਟਾਈਮਿੰਗ ਆਫ ਦੀ ਜੌਬ, ਕਿ ਕਿੰਨੇ ਤੋਂ ਕਿੰਨੇ ਵਜੇ ਦੀ ਜੌਬ ਜਿਹੜੀ ਆ ਕਰਨੀ ਪੈ ਰਹੀ ਹੈ। ਹੁਣ ਸਪੋਜ਼ ਜਿੱਦਾਂ ਡਾਕਟਰਸ ਜਾਂ ਨਰਸਿਸ ਆ, ਠੀਕ ਹੈ, ਪੁਲਿਸਮੈਨ ਆ, ਉਹਨਾਂ ਨੂੰ 24 ਘੰਟੇ ਜਿਹੜੇ ਡਿਊਟੀ ਵੀ ਕਰਨੀ ਪੈਂਦੀ ਹੈ। ਸੋ ਇਸ ਕਰਕੇ ਵੀ ਕਈ ਵਾਰੀ ਜੌਬ ਛੱਡ ਜਾਂਦੇ ਆ ਕਿਉਂਕਿ ਉਹ ਸਟ੍ਰੈਸ ਨਹੀਂ ਲੈ ਸਕਦੇ ਜ਼ਿਆਦਾ, ਠੀਕ ਹੈ। ਨਾਈਟ ਸ਼ਿਫਟਸ ਵੀ ਲੱਗਦੀਆਂ ਇਹਨਾਂ ਦੀਆਂ, ਡਿਊਟੀ ਦੀ ਕੋਈ ਟਾਈਮਿੰਗ ਜਿਹੜੀ ਹੈ ਸਪੈਸੀਫਿਕ ਟਾਈਮਿੰਗ ਨਹੀਂ ਹੈਗੀ ਵੀ ਇੰਨੇ ਤੋਂ ਇੰਨੇ ਵਜੇ ਤੱਕ ਹੀ ਆਉਣਾ ਤੁਸੀਂ। ਠੀਕ ਹੈ, ਇਹ ਸਭ ਚੀਜ਼ਾਂ ਵੀ ਟਾਈਮਿੰਗ ਤੋਂ ਬਾਅਦ ਕੀ ਆ ਸਕਦਾ ਹੁਣ ਵਰਕਲੋਡ ਕਿੰਨਾ ਕਿ ਉੱਥੇ ਵਰਕਲੋਡ ਦੇ ਵਿੱਚ, ਯਾਨੀ ਕਿ ਜੇ ਵਰਕਲੋਡ ਘੱਟ ਆ ਦੈਨ ਸੈਟੀਸਫਾਈਡ ਲਾਈਫਸਟਾਈਲ ਆ, ਸੈਟੀਸਫਾਈਡ ਜੌਬ ਆ। ਜੇ ਵਰਕਲੋਡ ਜ਼ਿਆਦਾ ਆ ਤਾਂ ਦੈਨ ਸਟ੍ਰੈਸ ਹੋ ਸਕਦਾ ਜ਼ਿਆਦਾ, ਡਿਸੀਜ਼ਸ ਲੱਗ ਸਕਦੀਆਂ ਇਹਦੇ ਨਾਲ, ਇਹ ਚੀਜ਼ਾਂ ਆ ਸਕਦੀਆਂ ਇਹਦੇ ਵਿੱਚ। ਹੋਰ ਕੋਈ ਚੀਜ਼ ਤੁਸੀਂ ਲਿਖਾਉਣਾ ਚਾਹੋ ਕੁਝ ਮਿਸਿੰਗ ਹੋਵੇ। सर एक्सपीरियंस आ सकता? ਐਕਸਪੀਰੀਅੰਸ ਨਹੀਂ, ਐਕਸਪੀਰੀਅੰਸ ਨਹੀਂ ਆਊਗਾ ਇਹਦੇ ਵਿੱਚ। नहीं एक्सपीरियंस नहीं आना सर स्टाफ किस तरह ਦਾ ਵਾ? ਹਾਂਜੀ ਵਰਕ ਇਨਵਾਇਰਨਮੈਂਟ ਆ ਸਕਦਾ, ਨਾਲ ਕੰਮ ਕਰਨ ਵਾਲਾ ਜਿਹੜਾ ਸਟਾਫ ਹੈ ਉਹ ਕਿਦਾਂ ਦਾ ਹੈ ਸਾਡੇ, ਠੀਕ ਹੈ। ਉੱਥੇ ਜਿਹੜੇ ਜੋ ਆਫਿਸ ਹੈ ਵਧੀਆ ਆਫਿਸ ਮਿਲਿਆ ਜਾਂ ਫਿਰ ਸਹੀ ਹੈ ਵੀ, ਠੀਕ ਹੈ। ਉੱਥੇ ਫੈਸਿਲਿਟੀਜ਼ ਕਿਦਾਂ ਦੀਆਂ ਵਾ, ਉੱਥੇ ਫੈਸਿਲਿਟੀਜ਼ ਇਨ ਆਫਿਸ, ਸਟਾਫ ਦਾ ਬਿਹੇਵੀਅਰ ਕਿਦਾਂ ਦਾ ਆ। ਇਸ ਤੋਂ ਇਲਾਵਾ ਐਨੀ ਇਨਸੈਂਟਿਵਸ, ਛੁੱਟੀਆਂ ਕਿੰਨੀਆਂ ਕੁ ਮਿਲਦੀਆਂ ਉੱਥੇ, ਇਹ ਵੀ ਇੰਪੋਰਟੈਂਟ ਹੋ ਸਕਦਾ, ਠੀਕ ਹੈ। ਬਹੁਤ ਸਾਰੇ ਫੈਕਟਰ ਬਣ ਸਕਦੇ, ਬਟ ਇਹਨੂੰ ਆਪਾਂ ਹੁਣ ਸੀਕੁਐਂਸ ਵਾਈਜ਼ ਲਿਖਣਾ, ਇਹਦਾ ਇੱਕ ਮੇਨ ਹੈਡਿੰਗ ਬਣਾ ਕੇ, ਠੀਕ ਹੈ। ਹੁਣ ਇਹਨਾਂ ਦੇ ਆਪਾਂ ਹੈਡਿੰਗ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਫਸਟ ਪੈਰਾਗ੍ਰਾਫ ਹੈ ਵੀ ਓਪੀਨੀਅਨ ਔਨ ਸੈਲਰੀ, ਠੀਕ ਹੈ। crucial for the fulfillment of human needs, ठीक है, बहुत इंपॉर्टेंट है ह्यूमन नीड्स वास्ते। ਹੁਣ ਕਿੱਦਾਂ ਇੰਪੋਰਟੈਂਟ ਹੈ, ਕੀ ਇੰਪੋਰਟੈਂਟ ਹੈ, ਇਹ ਚੀਜ਼ ਆਪਾਂ ਲਿਖਣੀ ਹੈ ਇਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਕੀ ਆਊਗਾ ਹੁਣ ਫਿਰ, people prefer highly paid jobs, ਲੋਕ ਪ੍ਰੈਫਰ ਕਰਦੇ ਆ ਹਾਈਲੀ ਪੇਡ ਜੌਬਸ, ਕਿਉਂ? purchase anything they want, ਜੋ ਵੀ ਉਹਨਾਂ ਨੂੰ ਚਾਹੀਦਾ ਉਹ ਖਰੀਦਣ ਦੇ ਲਈ, ਠੀਕ ਹੈ। to provide best facilities for their family, to their families,
अपनी फैमिलीज ਨੂੰ ਬੈਸਟ ਫੈਸਿਲਿਟੀਜ਼ ਪ੍ਰੋਵਾਈਡ ਕਰਨ ਦੇ ਲਈ to ensure the expenditures such as food, clothes, better education, medical amenities, ठीक है। ये सारी चीज़ों के लिए सैलरी जी बहुत इंपॉर्टेंट है, ठीक है। हुण इहदी एग्जाम्पल इहदी होगी एग्जाम्पल इहदे विच आपां लिख सकते हैं 78% ਜਿਹੜੇ एम्प्लॉइज हैं एग्जाम्पल ਆਪਾਂ लिख सकते हैं भी 78% एम्प्लॉय ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਪਏ ਉਹ ਜੌਬ ਹੌਪਿੰਗ ਦੇ ਵਿੱਚ ਇੰਡਲਜ ਆ ਕਿਉਂਕਿ ਇਹਨਾਂ ਨੂੰ ਲੂਕਰੇਟਿਵ ਪੈਕੇजेस ਜਿਹੜੇ ਆਫਰ ਕੀਤੇ ਜਾਂਦੇ ਆ। ਲੂਕਰੇਟਿਵ ਮਤਲਬ ਜਿਹੜੀਆਂ ਆਕਰਸ਼ਿਤ ਕਰਨ ਵਾਲੀਆਂ ਤਨਖਾਹਾਂ। ਜੌਬ ਹੌਪਿੰਗ ਹੁੰਦਾ ਵੀ ਇੱਕ ਜੌਬ ਛੱਡ ਕੇ ਦੂਜੀ ਜੌਬ ਚੂਜ਼ ਕਰ ਲੈਣੀ, ਦੂਜੀ ਜੌਬ ਛੱਡ ਕੇ ਤੀਜੀ ਜੌਬ ਚੂਜ਼ ਕਰ ਲੈਣੀ, ਠੀਕ ਹੈ ਇਹ ਚੀਜ਼। ਹੁਣ ਅਦਰ ਐਸਪੈਕਟਸ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, ਇਹਦਾ ਟੌਪਿਕਲ ਸੈਂਟੈਂਸ ਕੀ ਬਣੇਗਾ, job satisfaction achieved due to numerous factors, ठीक है। numerous factors करके ਜਿਹੜੀ job satisfaction ਜਿਹੜੀ achieve ਕੀਤੀ ਜਾਂਦੀ ਆ ਜਿਹਦੇ ਜਿਹੜਾ ਕਿ important aspect ਹੈ job ਦਾ। ਸੋ ਆਪਣੇ ਆਪ ਦੇ ਵਿੱਚ ਹੀ ਜਿਹੜਾ ਸਭ ਤੋਂ important aspect ਕੀ ਹੈ job ਦਾ, job satisfaction ਆ ਜਿਹੜਾ ਇੰਪੋਰਟੈਂਟ ਐਸਪੈਕਟ ਹੈ ਜੌਬ ਦਾ, ਜਿਹੜਾ ਆਪਾਂ ਸੈਕਿੰਡ ਦੇ ਵਿੱਚ ਲਿਖ ਦਿੰਦੇ ਹਾਂ। ਮੋਸਟ ਇੰਪੋਰਟੈਂਟ ਐਸਪੈਕਟ ਕੀ ਆ, ਜੌਬ ਸੈਟੀਸਫੈਕਸ਼ਨ। ਹੁਣ ਕਿੱਦਾਂ ਜੌਬ ਸੈਟੀਸਫੈਕਸ਼ਨ ਮਿਲੂਗੀ, ਠੀਕ ਹੈ ਇਹ ਚੀਜ਼ ਆਪਾਂ ਐਕਸਪਲੇਨ ਕਰ ਸਕਦੇ ਹਾਂ ਇੱਥੇ। ਜਿਹੜੀਆਂ ਸਾਰੀਆਂ ਚੀਜ਼ਾਂ ਵਾ ਉਹ ਆਪਾਂ ਲਿਖ ਸਕਦੇ ਹਾਂ ਇੱਥੇ। ਹੁਣ ਲੋਕੇਸ਼ਨ ਉਹ ਸਾਰੀਆਂ ਚੀਜ਼ਾਂ ਇੱਥੇ ਲਿਖ ਸਕਦੇ ਹਾਂ। ਟਾਈਮਿੰਗ, ਜੌਬ ਟਾਈਮਿੰਗ ਕਿੰਨੀ ਆ, ਠੀਕ ਹੈ। ਵਰਕ ਲੋਡ ਕਿੰਨਾ ਕਿ ਉੱਥੇ, वर्क इन्वायरमेंट किदां दा, इन्हां सब नूं जिहड़ा एक्सप्लेन करना है। एक्सप्लेन इहो करना जिद्दां इत्थे लिखिआ चीज़ के उपर उदां ही इत्थे कर देना। हुण इहदी एग्जाम्पल आएगी लास्ट, %22। हुण जिन्ने इधरों रह गए 78% है, इधरों जिन्ने रह गए उत्थे लिखते 22% इन प्राइवेट सैक्टर जिहड़े एम्प्लॉइज हैं। प्रेफर्ड various other important facts while choosing their job over salary while choosing their job, ठीक है ये दी आ गई एग्जाम्पल। हुण इन्हां दा स्ट्रक्चर सब तो पहला आएगी इंट्रोडक्शन,
पहला पॉइंट अगेन पैराफ्रेजिंग, सेकंड थीसिस, यानी कि जो थीसिस है वही आउटलाइन है। तो बाद बॉडी पैराग्राफ 1 ਤੇ 2 दोनों का स्ट्रक्चर सेम रहेगा। इतने सब तो पहला मेन पॉइंट, दैन उन्होंने एक्सप्लेन करना है, लास्ट एग्जाम्पल एंड फॉर कंक्लूजन ਦੇ ਵਿੱਚ ਕੀ ਦੇਣਾ ਆਪਾਂ, ਪੈਰਾਫ੍ਰੇजिंग plus point 1 explain 1 plus point 2 explain 2, ਇਹ ਦਾ ਇਸੇ ਦਾ ਸਟਰਕਚਰ ਹੈ। ਕਿਸੇ ਨੂੰ ਕੋਈ ਡਾਊਟ ਆ ਤੇ ਪੁੱਛ ਲਓ ਇਸ ਤੋਂ ਪਹਿਲਾਂ।